ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫੇਰ ਇਮੀਗ੍ਰੇਸ਼ਨ ਗੁਰੂ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ, ਕਿਉਂਕਿ 2021 ਖਤਮ ਹੋਣ ਵਾਲਾ ਤੇ ਤੁਹਾਡੇ ਨਾਲ ਕੁਝ ਨਿਊਜ਼ ਤੇ ਕੁਝ ਅਪਡੇਟ ਸਾਂਝੀਆਂ ਕਰਾਂਗੇ। ਤੇ ਇਹ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਗੇ ਅੱਜ ਮੇਰੇ ਨਾਲ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਜਿਹੜੇ ਕਿ ਤੁਹਾਡੇ ਨਾਲ ਇਹ ਸਾਰੀ ਬੜਮੁੱਲੀ ਜਾਣਕਾਰੀ ਅੱਜ ਸਾਂਝੀ ਕਰਨਗੇ। ਮਨੂ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਐਂਡ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਯਰ ਸ਼ੋ। ਥੈਂਕ ਯੂ ਮਨੂ ਜੀ। ਅੱਛਾ ਮਨੂ ਜੀ, ਹੁਣ ਦਸੰਬਰ ਦਾ ਆਖਰੀ ਦਿਨ ਚੱਲ ਰਿਹਾ ਨੇ ਤੇ 2022 ਸ਼ੁਰੂ ਹੋਣ ਵਾਲਾ। ਸੋ ਹਮੇਸ਼ਾ ਇਹ ਹੁੰਦਾ ਵੀ ਸਾਲ ਦੇ ਐਂਡ ਤੇ ਜਾ ਕੇ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਜਿਹੜੀਆਂ ਕਿ ਅਗਲੇ ਸਾਲ ਦੇ ਬੜੀਆਂ ਉਤਸ਼ਾਹਿਤ ਹੁੰਦੀਆਂ ਨੇ, ਉਤਸ਼ਾਹ ਦੇਣ ਵਾਲੀਆਂ ਹੁੰਦੀਆਂ ਨੇ। ਸੋ ਇਸੇ ਤਰ੍ਹਾਂ ਇੱਕ ਖਬਰ ਹੈ ਵੀ ਰੀਸੈਂਟਲੀ ਆਈ ਹੈ ਵੀ ਜਿਹੜਾ ਕੈਨੇਡਾ ਨੇ ਇਸ ਸਾਲ ਆਪਣਾ ਇਮੀਗ੍ਰੇਸ਼ਨ ਦਾ ਟਾਰਗੇਟ ਸੀ ਉਹ ਮੀਟ ਕਰ ਲਿਆ। ਇੱਥੋਂ ਆਪਾਂ ਸ਼ੁਰੂ ਕਰਦੇ ਹਾਂ। ਬਿਲਕੁਲ ਸਹੀ ਗੱਲ ਹੈ ਜੀ। ਐਂਡ ਤੁਸੀਂ ਦੇਖੋ ਕਿ ਸਾਰੇ ਔਡ ਸੀਗੇ। ਹਾਂਜੀ, ਪੈਂਡੈਮਿਕ ਨੇ ਸਾਰਾ ਕੁਝ ਬੰਦ ਕੀਤਾ ਹੋਇਆ ਸੀਗਾ, ਬਾਰਡਰਸ ਸੀਲਡ ਸੀਗੇ, ਬਾਹਰੋਂ ਇਮੀਗ੍ਰੈਂਟਸ ਆ ਨਹੀਂ ਸਕ ਰਹੇ ਸੀਗੇ। ਬਟ ਇਮੀਗ੍ਰੇਸ਼ਨ ਐਂਡ ਗਵਰਨਮੈਂਟ ਨੇ ਟੀਚਾ ਲਿੱਤਾ ਸੀਗਾ ਕਿ ਵੀ ਹੈਵ ਟੂ ਮੀਟ ਦਾ ਟਾਰਗੇਟ ਫॉर 2021। ਸੋ 4,01,000 ਦਾ ਟਾਰਗੇਟ ਸੀਗਾ। ਤੁਸੀਂ ਦੇਖੋ ਕਿ ਜੂਨ ਤੱਕ ਤਕਰੀਬਨ 22,000 25,000 35,000 ਇਮੀਗ੍ਰੈਂਟਸ ਹਰ ਮਹੀਨੇ ਲੈਂਡ ਕਰ ਰਹੇ ਸੀਗੇ। ਬਟ ਅਖੀਰਲੇ ਮਹੀਨਿਆਂ ਦੇ ਵਿੱਚ 45,000 47,000 ਇਹੋ ਜਿਹੇ ਨੰਬਰਸ ਆਉਣੇ ਸ਼ੁਰੂ ਹੋ ਗਏ। ਸੋ ਦੈਟ ਮੇਡ ਇਟ ਪੋਸੀਬਲ। ਐਂਡ ਤੁਸੀਂ ਇੱਕ ਚੀਜ਼ ਹੋਰ ਐਪਰੀਸ਼ੀਏਟ ਕਰਨੀ ਹੈ ਕਿ ਇਹਦੇ ਵਿੱਚ ਇੱਕ ਵੀ ਇਮੀਗ੍ਰੇਸ਼ਨ ਦਾ ਐਪਲੀਕੈਂਟ ਜਿਹੜਾ ਬਾਹਰੋਂ ਨਹੀਂ ਸੀਗਾ, ਇਹ ਸਾਰੇ ਵਿਦਿਨ ਕੈਨੇਡਾ ਪ੍ਰੈਜ਼ੈਂਟ ਸੀਗੇ। ਐਂਡ ਗਵਰਨਮੈਂਟ ਨੇ ਆਪਣੇ ਪ੍ਰੋਗਰਾਮਸ ਵੀ ਉਸ ਤਰ੍ਹਾਂ ਉਲੀਕੇ ਕਿ TR to PR ਵਰਗੀ ਐਪਲੀਕੇਸ਼ਨਸ, ਹੈਲਥ ਕੇਅਰ ਸਰਵਿਸਿਜ਼ ਦੀਆਂ ਐਪਲੀਕੇਸ਼ਨਸ ਜਿਹੜੇ ਵਿਦਿਨ ਕੈਨੇਡਾ ਪ੍ਰੈਜ਼ੈਂਟ ਹੈਗੇ ਨੇ ਉਹਨਾਂ ਵਾਸਤੇ ਇਹੋ ਜਿਹੇ ਪ੍ਰੋਗਰਾਮ ਉਲੀਕੇ ਗਏ ਕਿ ਉਹ ਸਾਰੇ ਕੁਆਲੀਫਾਈ ਕਰ ਗਏ। ਸਟੂਡੈਂਟਸ ਬੜੇ ਵੱਡੀ ਤਾਦਾਦ ਦੇ ਵਿੱਚ ਇਹਨਾਂ ਨੰਬਰਸ ਦੇ ਵਿੱਚ ਆਏ ਨੇ। CC ਕਲਾਸ ਦੇ ਐਪਲੀਕੈਂਟਸ ਬੜੇ ਵੱਡੀ ਨੰਬਰ ਦੇ ਵਿੱਚ ਹੈਗੇ ਨੇ। ਆਈ ਥਿੰਕ ਜੇ ਗਵਰਨਮੈਂਟ ਪਲਾਨ ਕਰ ਲਵੇ ਤੇ ਗਵਰਨਮੈਂਟ ਕੈਨ ਡੂ ਐਨੀਥਿੰਗ। ਸੋ ਆ ਸ਼ੋ ਹੋਇਆ ਐਂਡ ਸਾਨੂੰ ਐਪਰੀਸ਼ੀਏਟ ਕਰਨਾ ਪਏਗਾ ਐਂਡ ਸਲੂਟ ਵੀ ਕਰਨਾ ਪਏਗਾ ਸਾਡੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ, CIC ਨੂੰ, IRCC ਨੂੰ ਐਂਡ ਨਾਲ ਦੀ ਨਾਲ ਸਾਡੀ ਕੈਨੇਡੀਅਨ ਗਵਰਨਮੈਂਟ ਨੂੰ। ਇਸ ਟਾਈਮ ਤੇ ਉਹਨਾਂ ਨੇ ਇਨੀਸ਼ੀਏਟਿਵ ਜਿਹੜਾ ਲਿੱਤਾ ਸੀਗਾ, ਦੇ ਹੈਵ ਡਿਲੀਵਰਡ ਦੈਟ। ਹੁਣ ਅਗਲੇ 2 ਸਾਲਾਂ ਦਾ ਟੀਚਾ ਜਿਹੜਾ ਹੈਗਾ, ਇਹ ਇੱਕ ਚੀਜ਼ ਹੋਰ ਹੋਈ ਹੈ ਸਿਮਰਤ ਜੀ, ਜਿਹੜਾ ਰੈਕਡ ਸੀਗਾ 1913 ਦਾ ਸਭ ਤੋਂ ਜ਼ਿਆਦਾ ਨੰਬਰ ਦਾ ਰੈਕਡ ਸੀਗਾ, ਉਹ ਇੰਨੇ ਸਾਲਾਂ ਦੇ ਬਾਅਦ ਬ੍ਰੇਕ ਹੋਇਆ ਹੈਗਾ 108-9 ਸਾਲਾਂ ਦੇ ਬਾਅਦ। ਹਾਂ, ਕਿਉਂਕਿ ਪਿਛਲੇ ਸਾਲਾਂ 'ਚ ਤਾਂ ਇਹੀ ਕਿਹਾ ਜਾ ਰਿਹਾ ਸੀ ਨਾ ਵੀ ਜੋ ਗਵਰਨਮੈਂਟ ਦਾ ਟੀਚਾ ਹੁੰਦਾ ਸੀ ਉਸ ਤੋਂ ਕਿਤੇ ਘੱਟ ਜਿਹੜੀ ਇਮੀਗ੍ਰੇਸ਼ਨ ਹੁੰਦੀ ਸੀ। ਬਿਲਕੁਲ 2 ਲੱਖ ਤੁਸੀਂ ਦੇਖੋ ਤਾਂ ਕਿ 2015 ਦੇ ਵਿੱਚ 2,60,000 ਇਮੀਗ੍ਰੈਂਟ ਲੈਂਡ ਕੀਤੇ। ਇਸ ਸਾਲ ਦੇ ਵਿੱਚ 4,01,000 ਦਾ ਟੀਚਾ ਮੀਟ ਕੀਤਾ, ਉਸ ਤੋਂ ਜ਼ਿਆਦਾ ਸਰਪਾਸ ਹੋਏ ਨੇ। ਐਕਚੁਅਲ ਨੰਬਰਸ ਤੇ ਹਲੇ ਆਣਗੇ ਬਟ ਇਟ ਇਜ਼ ਅ ਸਲੂਟ ਟੂ ਦਾ ਗਵਰਨਮੈਂਟ। ਐਂਡ ਆਉਣ ਵਾਲੇ ਸਮੇਂ ਦੇ ਵਿੱਚ ਆ ਚੀਜ਼ ਨਜ਼ਰ ਆ ਰਹੀ ਹੈ ਕਿ 2022 ਵਿਡ ਬੀ ਅ ਅਮੇਜ਼ਿੰਗ ਈਅਰ ਬਿਕੋਜ਼ ਐਜ਼ ਫਾਰ ਐਜ਼ ਇਮੀਗ੍ਰੇਸ਼ਨ ਇਜ਼ ਕੰਸਰਨ। 4,11,000 ਦਾ ਟੀਚਾ ਹੈਗਾ ਵਿਚ ਇਜ਼ ਅ ਨੋ ਪ੍ਰੋਬਲਮ ਬਿਕੋਜ਼ ਜੇ ਬਾਰਡਰ ਖੁੱਲ੍ਹਦੇ ਹੈਗੇ ਨੇ, ਬਾਹਰੋਂ ਐਪਲੀਕੈਂਟਸ ਆਉਣੇ ਸ਼ੁਰੂ ਹੁੰਦੇ ਨੇ, ਇਟ ਵਿਲ ਬੀ ਨੋ ਪ੍ਰੋਬਲਮ। ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡੀ ਜਿਹੜਾ ਸੈਟਬੈਕ ਗਵਰਨਮੈਂਟ ਨੂੰ ਮਿਲ ਰਿਹਾ ਹੈਗਾ ਕਿ ਦੇ ਆਰ ਸ਼ਾਰਟ ਆਫ ਵਰਕਰਸ। ਬਿਜ਼ਨਸ ਹਾਊਸਿਸ ਜਿੰਨੇ ਹੈਗੇ ਨੇ, ਦੇ ਆਰ ਸ਼ਾਰਟ ਆਫ ਵਰਕਰਸ ਐਂਡ ਈਵਨ ਸਾਰੇ ਨਵੇਂ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਨੇ। ਓਨਟਾਰੀਓ ਨਵਾਂ ਪ੍ਰੋਗਰਾਮ ਲੈ ਕੇ ਆਏਗਾ ਜਿਹੜਾ ਕਿ ਅਸੀਂ ਗੱਲ ਕਰਾਂਗੇ ਐਂਟਰਪ੍ਰੀਨਿਓਰ ਬਾਰੇ। ਜਿਹੜੇ ਅਸੀਂ ਨੋਵਾ ਸਕੋਸ਼ੀਆ ਅਟਲਾਂਟਿਕ ਦੀ ਗੱਲ ਕਰਦੇ ਹਾਂ, ਪਾਇਲਟ ਨੂੰ ਪਰਮਾਨੈਂਟ ਪ੍ਰੋਗਰਾਮ ਬਣਾ ਦਿੱਤਾ ਗਿਆ ਵਿਚ ਇਜ਼ ਅਨਦਰ ਬਿਗ ਨਿਊਜ਼। ਅਟਲਾਂਟਿਕ ਦੇ ਨੋਵਾ ਸਕੋਸ਼ੀਆ ਨੂੰ ਲੈ ਲਈਏ, ਉਹਨਾਂ ਦਾ ਜਿਹੜੀ ਫਸਟ ਟਾਈਮ ਹੋਇਆ ਕਿ ਉਹ 1 ਮਿਲੀਅਨ ਪੋਪੂਲੇਸ਼ਨ ਟੱਚ ਹੋ ਗਈ ਹੈ। ਸੋ ਦੇਰ ਆਰ ਲੋਟ ਆਫ ਥਿੰਗਸ ਟੂ ਟਾਕ ਅਬਾਊਟ। ਆਪਾਂ ਜਿਸ ਤਰ੍ਹਾਂ ਅੱਗੇ ਚੱਲਾਂਗੇ ਵੀ ਵਿਲ ਟਾਕ ਅਬਾਊਟ ਥੀਸ ਪ੍ਰੋਗਰਾਮਸ। ਅੱਛਾ, ਆਪਾਂ ਇੱਥੋਂ ਨਾਲ ਹੀ ਸ਼ੁਰੂ ਕਰਦੇ ਹਾਂ ਕਿਉਂਕਿ ਜਿਹੜੇ ਅਟਲਾਂਟਿਕ ਸੂਬੇ ਨੇ ਉਹ ਮੈਂ ਹਮੇਸ਼ਾ ਹੁੰਦਾ ਕਿਉਂਕਿ ਉੱਥੇ ਦਾ ਇੱਕ ਵੈਦਰ ਇਸ ਤਰ੍ਹਾਂ ਦਾ ਆ ਤੇ ਲੋਕ ਉੱਧਰ ਨੂੰ ਜਾਣਾ ਵੀ ਨਹੀਂ ਚਾਹੁੰਦੇ। ਸੋ ਇਹ ਪਹਿਲੀ ਵਾਰੀ ਹੋਇਆ ਵੀ ਜਿਹੜਾ ਅਟਲਾਂਟਿਕ ਕੈਨੇਡਾ ਦਾ ਜਿਹੜਾ ਇੱਕ ਸੂਬਾ ਉਹਨੇ ਜਿਹੜੇ 1 ਮਿਲੀਅਨ ਦੀ ਪੋਪੂਲੇਸ਼ਨ ਨੂੰ ਟੱਚ ਕੀਤਾ। ਸੋ ਤੁਸੀਂ ਇਹ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ? ਸਿਮਰਤ ਜੀ, ਆਉਣ ਵਾਲੇ ਸਮੇਂ ਦੇ ਵਿੱਚ ਇਸ ਟਾਈਮ ਤੇ ਗਵਰਨਮੈਂਟ ਦਾ ਫੋਕਸ ਹੈਗਾ ਕਿ ਜਿਹੜੇ ਇਮੀਗ੍ਰੈਂਟਸ ਆਉਣ ਨਾ, ਉਹ ਇਕੱਲੇ GTA ਦੇ ਵਿੱਚ, ਗ੍ਰੇਟਰ ਵੈਂਕੂਵਰ ਦੇ ਵਿੱਚ ਨਾ ਰਹਿ ਜਾਣ, ਉਹ ਪੂਰੇ ਅਕ੍ਰੋਸ ਕੈਨੇਡਾ ਈਵਨਲੀ ਸਪਰੈਡ ਹੋਣ ਤਾਂ ਕਿ ਜਿਹੜੀ ਲੇਬਰ ਸ਼ਾਰਟੇਜਸ ਨੋਵਾ ਸਕੋਸ਼ੀਆ ਦੀਆਂ ਹੈਗੀਆਂ, ਨਿਊ ਬ੍ਰੰਸਵਿਕ ਦੀਆਂ ਜਾਂ PA ਦੀਆਂ, ਸੈਸਕੈਚੁਅਨ ਦੀ, ਮੈਨੀਟੋਬਾ, ਉਹ ਵੀ ਮੀਟ ਹੋਣ। ਇਹ ਨਹੀਂ ਕਿ ਇਕੱਲਾ ਸਾਰੇ ਇਮੀਗ੍ਰੈਂਟਸ ਆ ਕੇ GTA ਦੇ ਵਿੱਚ ਵੱਸ ਗਏ ਤੇ GTA ਦੀ ਪੋਪੂਲੇਸ਼ਨ ਵਧੀ ਜਾ ਰਹੀ ਹੈਗੀ, ਉੱਥੇ ਰਿਸੋਰਸਿਸ ਦੇ ਉੱਤੇ ਸਟ੍ਰੈਸ ਹੋਰ ਵਧੀ ਜਾ ਰਿਹਾ। ਤੁਸੀਂ ਘਰਾਂ ਦੀ ਪ੍ਰਾਈਸਿਸ ਦੇ ਉੱਤੇ ਦੇਖੋ, ਤੁਸੀਂ ਹਰ ਚੀਜ਼ ਦੇ ਉੱਤੇ ਦੇਖੋ, ਇੰਸ਼ੋਰੈਂਸ। ਸੋ ਆ ਸਟ੍ਰੈਸ ਹੈਜ਼ ਟੂ ਬੀ ਰਿਲੀਵਡ। ਸੋ ਉਹਦੇ ਵਾਸਤੇ ਗਵਰਨਮੈਂਟ ਵਿਲ ਕਮ ਅਪ ਵਿਦ ਦੋਜ਼ ਪ੍ਰੋਗਰਾਮ ਜਿਹੜੇ PNP ਓਰੀਐਂਟਡ ਪ੍ਰੋਗਰਾਮਸ ਹੋਣਗੇ। ਐਂਡ ਰੀਸੈਂਟ ਜਿਹੜਾ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਜੀਨ ਫਰੇਜ਼ਰ ਸਾਹਿਬ ਆਏ ਨੇ ਐਂਡ ਹੀ ਕਮਸ ਫਰਮ ਨੋਵਾ ਸਕੋਸ਼ੀਆ। ਸੋ ਹੈਲੀਫੈਕਸ ਦੀ ਇੱਕ ਰਾਈਡਿੰਗ ਤੋਂ ਆਉਂਦੇ ਨੇ। ਸੋ ਹੀ ਨੋਜ਼ ਕਿ ਉੱਥੇ ਸ਼ਾਰਟੇਜਸ ਜਾਂ ਉੱਥੇ ਸ਼ਾਰਟਫਾਲ ਕਿਸ ਤਰ੍ਹਾਂ ਦੀਆਂ ਹੈਗੀਆਂ।
ਉੱਥੇ ਦੇ ਬਿਜ਼ਨਸਮੈਨ ਕਿਹੜੀਆਂ ਮੁਸੀਬਤਾਂ ਤੋਂ ਨਿਕਲ ਰਹੇ ਨੇ। ਸੋ ਹੀ ਵਿਲ ਕਮ ਅਪ ਵਿਦ, ਹੀ ਹੈਜ਼ ਪ੍ਰਪੋਜ਼ਡ ਐਂਡ ਹੀ ਵਿਲ ਕਮ ਅਪ ਵਿਦ ਮੋਰ ਪ੍ਰੋਗਰਾਮਸ ਜਿਹੜੇ ਐਟਲਾਂਟਿਕ ਨੂੰ ਜਾਂ ਇਹੋ ਜਿਹੇ ਰਾਈਡਿੰਗਸ ਨੂੰ ਜਾਂ ਇਹੋ ਜਿਹੇ ਪ੍ਰੋਵਿੰਸਿਸ ਨੂੰ ਟਾਰਗੇਟ ਕਰਨ ਜਿੱਥੇ ਸ਼ਾਰਟੇजेस ਬਹੁਤ ਜ਼ਿਆਦਾ ਹੈਗੀਆਂ। ਐਂਡ ਅੱਜ ਦੀ ਤਰੀਕ ਦੇ ਵਿੱਚ ਸਿਮਰਤ ਜੀ 1 ਮਿਲੀਅਨ ਤੋਂ ਜ਼ਿਆਦਾ ਸ਼ਾਰਟੇजेस ਇਸ ਟਾਈਮ ਵਰਕਰਸ ਦੀਆਂ ਹੈਗੀਆਂ ਪੂਰੇ ਕੈਨੇਡਾ ਭਰ ਦੇ ਵਿੱਚ, ਪੂਰੇ ਕੈਨੇਡਾ ਭਰ ਦੇ ਵਿੱਚ। ਐਂਡ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਆਹ ਸ਼ਾਰਟੇजेस ਕਰਕੇ ਜਿੰਨੇ ਵੀ ਸਾਡੇ ਬਿਜ਼ਨਸਮੈਨ ਹੈਗੇ ਨੇ ਸਾਰੇ ਸਫਰ ਕਰ ਰਹੇ ਨੇ, ਭਾਵੇਂ ਅਸੀਂ ਹਸਪਿਟੈਲਿਟੀ ਦੇ ਬਿਜ਼ਨਸਮੈਨ ਕਹਿ ਲਈਏ, ਅਸੀਂ ਐਂਟਰਪ੍ਰੈਨਿਓਰਸ ਕਹਿ ਲਈਏ, ਅਸੀਂ ਅਕੋਮੋਡੇਸ਼ਨ ਸੈਕਟਰ ਹੋਟਲ ਵਾਲੇ ਕਹਿ ਲਈਏ, ਅਸੀਂ ਰੈਸਟੋਰੈਂਟ ਇੰਡਸਟਰੀ ਵਾਲੇ ਕਰੀਏ, ਹੈਲਥ ਕੇਅਰ ਸੈਕਟਰ ਬੜੀ ਵੱਡੀ ਸ਼ਾਰਟੇਜ ਨਾਲ ਜੋ ਬਿਲਕੁਲ। ਦੇਖੋ ਨਾ ਹੈਲਥ ਕੇਅਰ ਦੇ ਵਿੱਚ ਜਿਹੜੀ ਅੱਜ ਕੱਲ੍ਹ ਨਿਊਜ਼ ਆ ਰਹੀ ਹੈ ਵੀ ਜੇ ਤੁਹਾਨੂੰ ਕਰੋਨਾ ਪੋਜ਼ਿਟਿਵ ਹੈ ਤਾਂ ਵੀ ਤੁਸੀਂ ਕਹਿੰਦੇ ਵੀ ਉਹਨਾਂ ਨੂੰ ਕੰਮ ਤੇ ਸੱਦੋ ਕਿਉਂਕਿ ਸ਼ਾਰਟੇਜ ਇੰਨੀ ਹੋ ਗਈ ਹੈ। ਯੂ ਆਰ ਰਾਈਟ ਕਿ ਆਹ ਸ਼ਾਰਟੇजेस ਬੜੀਆਂ ਬੁਰੀ ਤਰ੍ਹਾਂ ਇਫੈਕਟ ਕਰ ਰਹੀਆਂ। ਹੁਣ ਇਸ ਦੇ ਨਾਲ ਸਿਮਰਤ ਜੀ ਟਰੱਕਿੰਗ ਲੌਜਿਸਟਿਕਸ ਇੰਡਸਟਰੀਜ਼ ਦੇ ਵਿੱਚ, ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਬੜੀਆਂ ਸ਼ਾਰਟੇजेस ਹੈ। ਕੰਸਟਰਕਸ਼ਨ ਇੰਡਸਟਰੀ ਦੇ ਆਰ ਡੀਪਲੀ ਸ਼ਾਰਟ ਆਫ ਵਰਕਰਸ। ਉਸ ਤੋਂ ਬਾਅਦ ਅਸੀਂ ਗੱਲ ਕਰ ਲਈਏ ਫਾਰਮ ਵਰਕਰਸ ਦੀ, ਉਹ ਵੀ ਦੇ ਆਰ ਰੀਲੀ ਸ਼ਾਰਟ। ਸੋ ਆਹ ਸਾਰੀਆਂ ਚੀਜ਼ਾਂ ਨੂੰ ਅੱਜ ਦੀ ਤਰੀਕ ਦੇ ਵਿੱਚ ਹੁਣ ਇੱਕ ਚੀਜ਼ ਹੋਰ ਹੋ ਰਹੀ ਹੈ ਕਿ ਟਾਈਮ ਪੀਰੀਅਡ ਵਧਿਆ ਹੋਇਆ ਹਰ ਚੀਜ਼ ਦਾ। LMIA ਦੀ ਐਪਲੀਕੇਸ਼ਨ ਅਸੀਂ ਪੁੱਟ ਅਪ ਕਰਦੇ ਹਾਂ ਫੋਰਨ ਵਰਕਰਸ ਨੂੰ ਲਿਆਉਣ ਵਾਸਤੇ, ਇੰਪਲੋਇਰ ਕੋਈ ਵੀ ਪੁੱਟ ਅਪ ਕਰਦਾ, ਇਸ ਟਾਈਮ ਤੇ 50 ਵਰਕਿੰਗ ਡੇਜ਼ ਦਾ ਪ੍ਰੋਸੈਸਿੰਗ ਟਾਈਮ ਹੈ ਆਫਟਰ ਦਾ ਐਪਲੀਕੇਸ਼ਨ ਇਜ਼ ਸਬਮਿਟਡ, ਕੱਲੀ ਇੰਟਰਵਿਊ ਕਾਲ ਵਾਸਤੇ। ਸੋ ਗਵਰਨਮੈਂਟ ਐਂਡ ਜਿਸ ਤਰ੍ਹਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕੰਮ ਕੀਤਾ ਹੈਗਾ ਡਿਊਰਿੰਗ ਪੈਂਡੈਮਿਕ ਔਨ ਥੀਜ਼ 4 ਲੱਖ ਇੱਕ ਦਾ ਟਾਰਗੇਟ ਮੀਟ ਕਰਨ ਵਾਸਤੇ, ਉਸੇ ਤਰ੍ਹਾਂ ਸਰਵਿਸ ਕੈਨੇਡਾ ਨੂੰ ਵੀ ਉਸੇ ਤਰ੍ਹਾਂ ਕੰਮ ਕਰਨਾ ਪਏਗਾ ਇੰਪਲੋਇਰਸ ਦੇ ਨਾਲ, ਬਿਕੋਜ਼ ਇੰਪਲੋਇਰਸ ਕਿੰਨੇ ਬਿਜ਼ਨੈਸਿਸ ਆਪਣੇ ਮੈਨੇਜ ਕਰ ਸਕਦਾ ਖੁਦ ਖੜਾ ਹੋ ਕੇ, ਉਹ ਤੇ ਮੈਨੇਜ ਹੀ ਨਹੀਂ ਹੋ ਸਕਦੇ। ਸੋ ਵੀ ਨੀਡ ਲੋਟ ਆਫ ਵਰਕਰਸ ਟੂ ਕਮ ਇਨ। ਇਸ ਟਾਈਮ ਤੇ ਹਸਪਿਟੈਲਿਟੀ ਸੈਕਟਰ ਦੇ ਵਿੱਚ ICC ਇਮੀਗ੍ਰੇਸ਼ਨ ਦੇ ਕੋਲ ਕਾਫੀ ਸਾਰੀਆਂ ਓਪਨਿੰਗਸ ਹੈਗੀਆਂ। ਜੇ ਤੁਹਾਡਾ ਐਕਸਪੀਰੀਅੰਸ ਹਸਪਿਟੈਲਿਟੀ ਸੈਕਟਰ ਦਾ ਹੈਗਾ, ਜੇ ਤੁਸੀਂ ਅਟਲਾਂਟਿਕ ਆ ਕੇ ਸੈੱਟ ਹੋਣਾ ਚਾਹੁੰਦੇ ਹੈਗੇ ਐਂਡ ਇਮੀਗ੍ਰੇਸ਼ਨ ਵੀ ਲੈਣਾ ਚਾਹੁੰਦੇ ਹੋ, ਤੁਹਾਡੀ ਮਿਨੀਮਮ ਜਿਹੜੀ ਏਜ ਹੈਗੀ ਹੈ ਉਹ 55 ਤੋਂ ਥੱਲੇ ਹੋਣੀ ਚਾਹੀਦੀ ਹੈ। ਦੂਸਰੀ ਚੀਜ਼ ਗ੍ਰੇਡ 12 FA ਜ਼ਰੂਰ ਕੀਤੀ ਹੋਣੀ ਚਾਹੀਦੀ ਹੈ। ਜੇ ਮਿਨੀਮਮ ਗ੍ਰੇਡ 12 ਹੈਗੀ ਹੈ ਤੁਹਾਡੇ ਵਾਸਤੇ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ। ਹਸਪਿਟੈਲਿਟੀ ਸੈਕਟਰ ਦੇ ਵਿੱਚ ਜੇ ਕੁੱਕ ਹੈਗੇ ਹੋ, ਸ਼ੈਫ ਹੈਗੇ ਹੋ, ਬੇਕਰਸ ਹੈਗੇ ਹੋ, ਨਾਲ ਦੀ ਨਾਲ ਸਰਵਿਸ ਸੁਪਰਵਾਈਜ਼ਰਸ ਹੈਗੇ ਹੋ, ਰੈਸਟੋਰੈਂਟ ਦੇ ਵਿੱਚ ਕਲੀਨਰ ਹੈਗੇ ਹੋ, ਹੋਟਲ ਕਲੀਨਰ ਹੈਗੇ ਹੋ, ਇਸ ਤਰ੍ਹਾਂ ਦਾ ਐਕਸਪੀਰੀਅੰਸ ਹੈਗਾ ਤੇ PNP ਪ੍ਰੋਗਰਾਮ ਐਗਜ਼ਿਸਟ ਕਰ ਰਹੇ ਨੇ, ਬਿਕੋਜ਼ ਜਿੰਨੇ ਵੀ ਸਾਡੀਆਂ ਕੋਲ ਓਪਨਿੰਗਸ ਹੈਗੀਆਂ ਐਮਪਲੋਇਰ ਕੁਆਲੀਫਾਈਡ ਹੈਗਾ ਫॉर PNP ਪ੍ਰੋਗਰਾਮਸ। ਐਂਡ ਉੱਥੇ ਆ ਕੇ ਤੁਸੀਂ ਪਹਿਲੇ ਵਰਕ ਪਰਮਿਟ ਤੇ ਲੈਂਡ ਕਰੋਗੇ ਐਂਡ ਲੈਂਡ ਕਰਨ ਤੋਂ ਬਾਅਦ ਤੁਹਾਡੀ PNP ਦੇ ਵਿੱਚ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਐਂਡ ਵਿਦ ਫੈਮਿਲੀ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਵਾਸਤੇ ਐਲੀਜੀਬਲ ਹੈਗੇ ਹੋ। 4 ਬੈਂਡਸ ਮਿਨੀਮਮ ਰਿਕੁਆਇਰ ਹੈਗੇ ਨੇ ਆਈਲੈਟ ਦੇ। ਸੋ CLB4 ਇਜ਼ ਦਾ ਮਿਨੀਮਮ ਰਿਕੁਆਇਰਮੈਂਟ। ਸੋ ਜੇ ਆਰ ਇੱਕ ਚੀਜ਼ਾਂ ਮੀਟ ਕਰ ਸਕਦੇ ਹੋ ਤੇ ਤੁਹਾਡੇ ਵਾਸਤੇ ਓਪਰਚੁਨਿਟੀਜ਼ ਹੈਗੀਆਂ। ਐਂਡ ਡੂ ਨਾਟ ਫੋਕਸ ਕਿ ਮੈਂ ਇਕੱਲਾ ਗ੍ਰੇਟਰ ਵੈਂਕੂਵਰ ਦੇ ਵਿੱਚ ਮੇਰੇ ਰਿਸ਼ਤੇਦਾਰ ਹੈਗੇ ਨੇ, ਦੋਸਤ ਹੈਗੇ ਨੇ, ਉੱਥੇ ਆ ਕੇ ਵਸਣਾ ਹੈਗਾ, ਜਾਂ ਗ੍ਰੇਟਰ ਵੈਂਕੂਵਰ ਦੇ ਵਿੱਚ ਜਾਂ ਗ੍ਰੇਟਰ ਟੋਰਾਂਟੋ ਦੇ ਵਿੱਚ। ਦੇਰ ਆਰ ਕੈਨੇਡਾ ਇਜ਼ ਬਿਊਟੀਫੁਲ ਆਲ ਅਕ੍ਰੋਸ ਐਂਡ ਐਬਸੋਲੂਟਲੀ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ ਅਕ੍ਰੋਸ ਕੈਨੇਡਾ ਤੁਹਾਡੇ ਕੋਲ। ਐਂਡ ਇਸ ਟਾਈਮ ਤੇ ਜਿਹੜੀਆਂ ਸਰਕਾਰਾਂ ਵੀ ਹੈਗੀਆਂ ਅਟਲਾਂਟਿਕ ਸੂਬੇ ਦੀਆਂ, ਦੇ ਵਾਂਟ ਇਮੀਗ੍ਰੈਂਟਸ ਟੂ ਕਮ ਐਂਡ ਵਰਕ ਵਿਦ ਦੈਮ। ਉਹ ਚਾਹੁੰਦੇ ਨੇ ਕਿ ਉੱਥੇ ਮਲਟੀਕਲਚਰਲਿਜ਼ਮ ਉਸੇ ਤਰ੍ਹਾਂ ਵਧੇ ਜਿਸ ਤਰ੍ਹਾਂ ਗ੍ਰੇਟਰ ਵੈਂਕੂਵਰ ਦੇ ਵਿੱਚ ਜਾਂ ਗ੍ਰੇਟਰ ਟੋਰਾਂਟੋ ਦੇ ਵਿੱਚ ਵਧਿਆ ਹੋਇਆ। ਐਂਡ ਉਹਨਾਂ ਦੀ ਇੰਟੈਂਸ਼ਨਸ ਹੈਗੀ ਬਿਕੋਜ਼ ਸੂਬਿਆਂ ਨੂੰ ਵੀ ਐਡਵਾਂਟੇਜ ਹੈਗਾ, ਬਿਕੋਜ਼ ਜਦੋਂ ਵੀ ਇਮੀਗ੍ਰੈਂਟਸ ਆਏਗਾ ਆ ਕੇ ਬਿਜ਼ਨਸ ਬਾਏ ਕਰੇਗਾ, ਪਹਿਲੇ ਬਿਜ਼ਨਸ ਕਰੇਗਾ, ਕਰ ਲਏਗਾ, ਉਹ ਕੁਛ ਆਪਣੀ ਕੰਟਰੀਬਿਊਸ਼ਨ ਇਕੋਨਮੀ ਨੂੰ ਦੇਣਾ ਸ਼ੁਰੂ ਕਰ ਦੇਗਾ। ਸੋ ਉੱਥੇ ਉਹ ਇਨਵੈਸਟ ਕਰੇਗਾ ਐਂਡ ਇਨਵੈਸਟ ਕਰਨ ਦੇ ਨਾਲ ਆਪਣੇ ਟੈਕਸਿਸ ਪੇ ਕਰੇਗਾ। ਸੂਬਿਆਂ ਨੂੰ ਇਹੀ ਤੇ ਚੀਜ਼ਾਂ ਚਾਹੀਦੀਆਂ ਐਂਡ ਸੂਬਾ ਹੋਰ ਗਰੋ ਕਰੇਗਾ। ਸੋ ਜੌਬ ਓਪਰਚੁਨਿਟੀਜ਼ ਵਧਣਗੀਆਂ, ਉਹਦੇ ਨਾਲ ਓਪਰਚੁਨਿਟੀਜ਼ ਪ੍ਰੋਵਿੰਸ ਵਾਸਤੇ ਵੀ ਵਧਣਗੀਆਂ ਐਂਡ ਇਮੀਗ੍ਰੈਂਟ ਵਾਸਤੇ ਵੀ ਵਧਣਗੀਆਂ। ਅੱਛਾ ਮਨੂ ਜੀ, ਤੁਸੀਂ ਆਪਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਸੀਗਾ ਵੀ ontario ਵੱਲੋਂ ਇੱਕ ਨਵਾਂ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਬਿਜ਼ਨਸ ਦੇ ਲਈ, ਉਹਦੇ ਬਾਰੇ ਵੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਕੀ ਹੈ ਉਸ ਪ੍ਰੋਗਰਾਮ। ਸਿਮਰਤ ਜੀ, ontario ਦਾ ਐਂਟਰਪ੍ਰੈਨਿਓਰ ਪ੍ਰੋਗਰਾਮ ਐਗਜ਼ਿਸਟ ਕਰਦਾ ਪਿਆ ਕਾਫੀ ਚਿਰ ਤੋਂ। ਹਾਂਜੀ। ਬਟ ਦੈਟ ਪ੍ਰੋਗਰਾਮ ਹੈਜ਼ ਨਾਟ ਲਿਟਰਲੀ ਵਰਕਡ। 2015 ਤੋਂ ਹਾਲੇ ਤੱਕ ਸਿਰਫ ਜੇ ਗੱਲ ਕਰੀਏ ਤੇ ਸਿਰਫ 2 ਨੋਮੀਨੇਸ਼ਨਸ ਦਿੱਤੀਆਂ ਗਈਆਂ। ਸੋ ਇੰਨਾ ਪ੍ਰੋਗਰਾਮ ਜਿਹੜਾ ਬੜੇ ਉਮੀਦਾਂ ਨਾਲ ਸ਼ੁਰੂ ਕੀਤਾ ਗਿਆ ਸੀਗਾ, ਇਟ ਹੈਜ਼ ਨਾਟ ਵਰਕਡ ਦੈਟ ਵੇ। ਹੁਣ ਨਵਾਂ ਪ੍ਰੋਗਰਾਮ ਸਾਡੇ ਮਿਨਿਸਟਰ ਸਾਹਿਬ ਹੈਗੇ ਨੇ ਮੌਂਟੀ ਮੈਕਨਾਟਨ ਸਾਹਿਬ, ਉਹ ਨਵਾਂ ਪ੍ਰੋਗਰਾਮ ਉਲੀਕ ਕੇ ਲੈ ਕੇ ਆਏ ਨੇ। ਉਹਨਾਂ ਨੇ ਕਿਹਾ ਕਿ 100 ਅਸੀਂ ਐਂਟਰਪ੍ਰੈਨਿਓਰਸ ਨੂੰ ਲਵਾਂਗੇ ontario ਦੇ ਵਿੱਚ। ਉਹਨਾਂ ਨੂੰ ਬਿਜ਼ਨਸ ਸੈਟਅਪ ਕਰਨਾ ਹੈਗਾ ਬਟ GTA ਤੋਂ ਬਾਹਰ ਕਰਨਾ, ਗ੍ਰੇਟਰ ਟੋਰਾਂਟੋ ਏਰੀਆ ਤੋਂ ਬਾਹਰ ਬਿਜ਼ਨਸ ਸੈਟਅਪ ਕਰਨਾ ਐਂਡ ਮਿਨੀਮਮ ਇਨਵੈਸਟਮੈਂਟ ਉਹਨਾਂ ਨੇ $2 ਲੱਖ ਦੀ ਕਰਨੀ ਹੈਗੀ ਹੈ। ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਆ ਹੈਗੀ ਹੈ ਜੀ ਕਿ ਤੁਹਾਡੀ ਸਿਰਫ ਗ੍ਰੇਡ CLB4 ਦੀ ਤੁਹਾਡੇ ਆਈਲੈਟਸ ਰਿਕੁਆਇਰਮੈਂਟ ਹੈਗੀ ਹੈ, ਐਜੂਕੇਸ਼ਨ ਦੀ ਰਿਕੁਆਇਰਮੈਂਟ ਕੋਈ ਨਹੀਂ ਹੈਗੀ। ਹਾਂ, ਪਿਛਲੇ 50 ਸਾਲਾਂ ਦੇ ਵਿੱਚ ਤੁਹਾਡੇ ਕੋਲ 2 ਸਾਲ ਦਾ ਬਿਜ਼ਨਸ ਰਨ ਕਰਨ ਦਾ ਐਕਸਪੀਰੀਅੰਸ ਜ਼ਰੂਰ ਹੋਣਾ ਚਾਹੀਦਾ। ਜੇ ਤੁਸੀਂ ਆ ਰਿਕੁਆਇਰਮੈਂਟਸ ਮੀਟ ਕਰਦੇ ਹੋ, ਘੱਟੋ ਘੱਟ 4
ਲੱਖ ਦੇ ਤੁਹਾਡੇ ਨੈਟ ਐਸੈਟਸ ਹੈਗੇ ਨੇ, ਮਤਲਬ 2 ਕਰੋੜ ਦੇ ਨੈਟ ਐਸੈਟਸ ਹੈਗੇ ਨੇ, $2 ਲੱਖ ਇਨਵੈਸਟ ਕਰਨ ਵਾਸਤੇ ਤਿਆਰ ਹੈਗੇ ਹੋ ਗ੍ਰੇਟਰ ਟੋਰਾਂਟੋ ਏਰੀਆ ਤੋਂ ਬਾਹਰ, ਤੇ ਦਿਸ ਇਜ਼ ਅ ਪ੍ਰੋਗਰਾਮ ਦੈਟ ਕੈਨ ਵਰਕ ਫॉर ਯੂ। ਬਟ ਇਹਦੇ ਵਿੱਚ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈਗੀ ਕਿ ਸਿਰਫ 100 ਐਪਲੀਕੇਸ਼ਨਸ ਜਾਣੀਆਂ ਹੈਗੀਆਂ, ਐਂਡ 100 ਐਪਲੀਕੇਸ਼ਨਸ ਵਾਸਤੇ ਬੜੇ ਲਿਮਿਟਿਡ ਲੋਕਾਂ ਦੇ ਕੋਲ ਰਿਸੋਰਸਿਸ ਹੋਣਗੇ ਇਹ ਐਪਲੀਕੇਸ਼ਨ ਪ੍ਰੋਸੈਸ ਕਰਨ ਵਾਸਤੇ। ਸੋ ਇਸ ਐਪਲੀਕੇਸ਼ਨ ਵਾਸਤੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਆਪਣੀ ਐਲੀਜੀਬਿਲਿਟੀ ਡਿਸਕਸ ਕਰਨਾ ਚਾਹੁੰਦੇ ਹੋ, ਤੇ ICC ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ PNP ਸਰਟੀਫਿਕੇਟ ਮਿਲ ਜਾਏਗਾ ਜਲਦੀ ਐਸ ਪਰ ਜੋ ਇਨਫੋਰਮੇਸ਼ਨ ਅਵੇਲੇਬਲ, ਐਂਡ ਉਸ ਤੋਂ ਬਾਅਦ ਤੁਸੀਂ PNP ਦੇ ਵਿੱਚ ਤੁਹਾਡੀ ਫਾਈਲ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਲੱਗ ਜਾਏਗੀ। ਸੋ ਦਿਸ ਇਜ਼ ਐਨ ਅਮੇਜ਼ਿੰਗ ਪ੍ਰੋਗਰਾਮ ਫॉर ਬਿਜ਼ਨਸਮੈਨ, ਐਂਡ ਨਾਲ ਦੀ ਨਾਲ ਜਿਹੜੇ ਬਿਜ਼ਨਸਮੈਨ ਇਹਦੇ ਵਿੱਚ 100 ਦੇ ਵਿੱਚ ਕੁਆਲੀਫਾਈ ਹੋਣਗੇ, 100 ਐਪਲੀਕੇਸ਼ਨਸ ਇਜ਼ ਵੈਰੀ ਪੀਨਟਸ, ਯੂ ਨੋ, ਬੜਾ ਛੋਟਾ ਨੰਬਰ ਹੈਗਾ ਆ, ਛੇਤੀ ਭਰ ਜਾਣੀਆਂ ਹੈ, ਪਤਾ ਹੀ ਨਹੀਂ ਚੱਲਣਾ ਸਿਮਰਤ ਜੀ। ਐਂਡ ਬਹੁਤ ਸਾਰੇ ਜਿਹੜੇ ਇੰਡੀਆ ਪਾਕਿਸਤਾਨ ਦੇ ਵਿੱਚ ਲੋਕੀ ਪ੍ਰਮੋਟ ਕਰਨਗੇ, ਉਹਨਾਂ ਦੇ ਕੋਲ ਤੇ ਰਿਸੋਰਸਿਸ ਵੀ ਨਹੀਂ ਹੋਣਗੇ ਕਿ ਉਹਨਾਂ ਦੀ ਐਪਲੀਕੇਸ਼ਨ ਸਬਮਿਟ ਹੋ ਸਕੇ। ਸੋ ਗੈਟ ਇਨ ਟੱਚ ਵਿਦ ਦਾ ਕੈਨੇਡੀਅਨ ਕੰਸਲਟੈਂਟਸ ਔਰ ਲਾਇਰ ਜਿਹੜੇ ਐਕਚੁਅਲੀ ਦੇ ਵਿੱਚ ਤੁਹਾਨੂੰ ਹੈਲਪ ਕਰ ਸਕਣ। ਐਂਡ ICC ਦੇ ਕੋਲ ਬਿਜ਼ਨਸਮੈਨ ਵਾਸਤੇ ਬਹੁਤ ਸਾਰੀ ਓਪਰਚੁਨਿਟੀਜ਼ ਹੈਗੀਆਂ, ਬਿਕੋਜ਼ ਇਸ ਟਾਈਮ ਤੇ ਕੈਨੇਡੀਅਨ ਗਵਰਨਮੈਂਟ ਚਾਹੁੰਦੀ ਹੈ, ਹਰ ਪ੍ਰੋਵਿੰਸ਼ੀਅਲ ਗਵਰਨਮੈਂਟ ਚਾਹੁੰਦੀ ਹੈ ਕਿ ਬਿਜ਼ਨਸਮੈਨ ਆਵੇ, ਇਨਵੈਸਟ ਕਰੇ ਕੈਨੇਡਾ ਦੇ ਵਿੱਚ, ਉਸ ਪ੍ਰੋਵਿੰਸ ਦੇ ਵਿੱਚ ਇਨਵੈਸਟ ਕਰੇ, ਉਸ ਸਿਟੀ ਦੇ ਵਿੱਚ ਇਨਵੈਸਟ ਕਰੇ, ਐਂਡ ਇੱਥੇ ਜੌਬ ਓਪਰਚੁਨਿਟੀਜ਼ ਕ੍ਰੀਏਟ ਕਰਨ। ਬਿਕੋਜ਼ ਇਸ ਪ੍ਰੋਗਰਾਮ ਦੇ ਨਾਲ ਵੀ ਤੁਸੀਂ ਦੇਖੋ ਜੇ 100 ਇਮੀਗ੍ਰੈਂਟ ਆਉਂਦਾ, 100 ਐਪਲੀਕੈਂਟਸ ਆਉਂਦਾ ਹੈਗਾ, ਤੇ 20 ਮਿਲੀਅਨ ਦੀ ਇਨਵੈਸਟਮੈਂਟ ਲੈ ਕੇ ਆ ਰਹੀ ਹੈ। ਹਰ ਬਿਜ਼ਨਸ ਨੇ ਘੱਟੋ ਘੱਟ 2 ਓਪਰਚੁਨਿਟੀਜ਼ ਕ੍ਰੀਏਟ ਕਰਨੀ ਹੈ। ਸੋ 200 ਓਪਰਚੁਨਿਟੀਜ਼ ਵਾਸਤੇ, ਐਂਡ 200 ਓਪਰਚੁਨਿਟੀਜ਼ ਸਕੈਨ ਨਹੀਂ ਹੁੰਦੀਆਂ ਜਦੋਂ ਬਿਜ਼ਨਸ ਚੱਲਦਾ ਹੈਗਾ, ਤੇ 2 ਦੀਆਂ 10 ਵੀ ਹੁੰਦੀਆਂ ਤੇ 20 ਵੀ ਹੁੰਦੀਆਂ ਹੈਗੀਆਂ ਜੌਬ ਓਪਰਚੁਨਿਟੀਜ਼। ਸੋ ਇਟ ਇਜ਼ ਅ ਵਿਨ ਸਿਚੁਏਸ਼ਨ ਫॉर ਪ੍ਰੋਵਿੰਸ ਐਜ਼ ਵੈਲ, ਫॉर ਦ ਬਿਜ਼ਨਸਮੈਨ ਐਜ਼ ਵੈਲ। ਬਿਜ਼ਨਸਮੈਨ ਨੂੰ ਇੱਥੇ ਸੈਟਅਪ ਹੋਣ ਦਾ ਪ੍ਰੋਵਿੰਸ ਓਪਰਚੁਨਿਟੀਜ਼ ਮਿਲ ਰਹੀਆਂ, ਐਂਡ ਬਿਜ਼ਨਸਮੈਨ ਵਾਸਤੇ ਇਕੱਲਾ ਇਹ ਓਨਟਾਰੀਓ ਵਾਲਾ ਪ੍ਰੋਗਰਾਮ ਨਹੀਂ ਐਗਜ਼ਿਸਟ ਕਰਦਾ, ਹਰ ਪ੍ਰੋਵਿੰਸ ਦਾ ਐਂਟਰਪ੍ਰੀਨਿਓਰ ਪ੍ਰੋਗਰਾਮ ਐਗਜ਼ਿਸਟ ਕਰਦਾ। ਸਟਾਰਟਅਪ ਪ੍ਰੋਗਰਾਮ ਇਜ਼ ਅਨਦਰ ਪ੍ਰੋਗਰਾਮ ਦੈਟ ਰੀਅਲੀ ਐਗਜ਼ਿਸਟ ਫॉर ਯੂ। ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਬਿਜ਼ਨਸਮੈਨ ਹੈਗੇ ਹੋ, ਇੰਡੀਆ, ਪਾਕਿਸਤਾਨ, ਮਿਡਲ ਈਸਟ, ਕਿਤੇ ਵੀ ਤੁਸੀਂ ਇਸਟੈਬਲਿਸ਼ਡ ਹੈਗੇ ਹੋ, ਐਂਡ ਓਪਰਚੁਨਿਟੀਜ਼ ਕੈਨੇਡਾ ਵਾਸਤੇ ਲੱਭ ਰਹੇ ਹੋ, ਈਵਨ ਸਟਾਰਟਅਪ ਵੀਜ਼ਾ ਇਜ਼ ਐਨ ਅਮੇਜ਼ਿੰਗ ਪ੍ਰੋਗਰਾਮ ਦੈਟ ਕੈਨ ਵਰਕ ਫॉर ਯੂ। ਓਨਲੀ ਥਿੰਗ ਇਜ਼ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਕਿ ਆਹ ਪ੍ਰੋਗਰਾਮ ਮੇਰੇ ਵਾਸਤੇ ਵਰਕ ਕਰੇਗਾ, ਮੈਂ ਟੈਕਨੋਲੋਜੀ ਨੂੰ, ਮੈਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਪਣੇ ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਅਮਾਲਗਮੇਟ ਕਰ ਸਕਦਾ, ਕਿਸ ਤਰ੍ਹਾਂ ਸੈਟਅਪ ਕਰ ਸਕਦਾ ਕਿ ਐਂਜਲ ਇਨਵੈਸਟਰਸ ਨੂੰ, ਵੈਂਚਰ ਕੈਪੀਟਲਿਸਟ ਨੂੰ, ਇਨਕਿਊਬੇਟਰਸ ਨੂੰ ਮੇਰੇ ਪਲਾਨਸ ਨਜ਼ਰ ਆਉਣ ਐਂਡ ਸਮਝ ਆਉਣ। ਸੋ ਉਹਦੇ ਵਾਸਤੇ ICC ਨਾਲ ਕੰਟੈਕਟ ਕਰ ਸਕਦੇ ਹੋ। ਜਦੋਂ ਵੀ ਕੰਟੈਕਟ ਕਰੋ, ਸਾਨੂੰ 3-4 ਚੀਜ਼ਾਂ ਚਾਹੀਦੀਆਂ ਹੈਗੀਆਂ। ਤੁਹਾਡੇ CVs ਚਾਹੀਦੇ ਨੇ ਦੋਨੋਂ ਸਪਾਊਸਿਸ ਦੇ, ਤੁਹਾਡੇ ਜਿਹੜਾ ਬਿਜ਼ਨਸ ਕਰ ਰਹੇ ਹੋ ਜੇ ਵੈਬਸਾਈਟ ਹੈਗੀ ਉਹਦੀ ਡਿਟੇਲਸ ਚਾਹੀਦੀਆਂ ਹੈਗੀਆਂ, 3 ਸਾਲ ਦੇ ਫਾਈਨੈਂਸ਼ੀਅਲਸ ਚਾਹੀਦੇ ਨੇ, ਤੁਹਾਡੇ ਨੈਟ ਐਸੈਟਸ ਦੀ ਡਿਟੇਲ ਚਾਹੀਦੀ ਹੈ, ਐਂਡ ਵੀ ਵਿਲ ਸੁਜੈਸਟ ਯੂ ਕਿ ਕਿਹੜਾ ਓਪਰਚੁਨਿਟੀ ਕਿਸ ਤਰ੍ਹਾਂ ਵਰਕ ਕਰ ਸਕਦਾ। ਸਟਾਰਟਅਪ ਵੀਜ਼ਾ ਇੱਕ ਇਹੋ ਜਿਹਾ ਵੀਜ਼ਾ ਹੈਗਾ ਸਿਮਰਤ ਜੀ ਜਿਹਦੇ ਵਿੱਚ ਐਜੂਕੇਸ਼ਨ ਘੱਟ ਹੈਗੀ ਹੈ, ਐਜੂਕੇਸ਼ਨ ਨਹੀਂ ਹੈਗੀ ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਓਨਲੀ ਥਿੰਗ ਇਜ਼ ਆਈਲੈਟਸ ਦੇ ਵਿੱਚ ਤੁਹਾਨੂੰ 5 ਬੈਂਡ ਜ਼ਰੂਰ ਲੈਣੇ ਹੈਗੇ ਨੇ। ਤਕਰੀਬਨ 3 ਤੋਂ 4 ਮਹੀਨਿਆਂ ਦੇ ਵਿੱਚ ਤੁਹਾਨੂੰ ਲੈਟਰ ਆਫ ਸਪੋਰਟ ਮਿਲ ਜਾਂਦਾ ਹੈਗਾ। ਇੱਕ ਵਾਰੀ ਲੈਟਰ ਆਫ ਸਪੋਰਟ ਮਿਲ ਗਿਆ, ਉਸ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਗੋਸ ਟੂ ਯਰ ਹੋਮ ਕੰਟਰੀ, ਪੁਲਿਸ ਕਲੀਅਰੈਂਸ, ਮੈਡੀਕਲਸ ਐਂਡ ਡਾਕੂਮੈਂਟ ਵੈਰੀਫਿਕੇਸ਼ਨਸ ਵਾਸਤੇ। ਐਂਡ ਦਿਸ ਇਜ਼ ਵਨ ਆਫ ਦਾ ਅਮੇਜ਼ਿੰਗ ਪ੍ਰੋਗਰਾਮ ਜਿਹਦੇ ਵਿੱਚ ਤੁਸੀਂ ਸਟ੍ਰੇਟ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਵੀ ਲੈਂਡ ਕਰ ਸਕਦੇ ਹੋ, ਐਂਡ ਵਰਕ ਪਰਮਿਟ ਤੇ ਆ ਕੇ ਆਪਣਾ ਬਿਜ਼ਨਸ ਵੀ ਸਟੈਬਲਿਸ਼ ਕਰ ਸਕਦੇ ਹੋ। ਸੋ ਇਨਫੋਰਮੇਸ਼ਨ ਲੈਣ ਵਾਸਤੇ ICC ਨਾਲ ਕੰਟੈਕਟ ਕਰ ਸਕਦੇ ਹੋ, ਐਂਡ ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ। ਸੋ ਉਹਦੇ ਵਾਸਤੇ info@iccimmigration.ca ਸਾਡਾ ਈਮੇਲ ID ਹੈਗਾ, ਐਂਡ ਸਾਡੇ ਫੋਨ ਨੰਬਰਸ ਲਿਖੇ ਹੋਏ ਨੇ, ਐਂਡ ਯੂ ਕੈਨ ਰੀਚ ਅਸ ਆਊਟ ਐਂਡ ਵੀ ਕੈਨ ਡਿਸਕਸ ਐਵਰੀਥਿੰਗ ਵਿਦ ਯੂ। ਮਨੂ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਸਾਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਹੁਣ ਅਗਲੇ ਸਾਲ ਦੇ ਵਿੱਚ ਆਪਾਂ ਨਵਾਂ ਜਿਹੜੀ ਇਮੀਗ੍ਰੇਸ਼ਨ ਅਪਡੇਟਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ ਸਿਮਰਤ ਜੀ। ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ। ਅਗਲੇ ਹਫਤੇ ਮਤਲਬ ਅਗਲੇ ਸਾਲ ਜਨਵਰੀ ਦੇ ਵਿੱਚ 2022 ਦੇ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਕਰਾਂਗੇ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।